ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਬਹੁਤ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਅਤੇ ਮੇਰੇ ਨਾਲ ਅੱਜ ਟਾਈਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ, ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਗਿੱਲ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ ਅਤੇ ਸੁਖਦੇਵ ਸਿੰਘ ਜਟਾਣਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ, 4087227698 ਦੇ ਉੱਤੇ। ਮਿੰਟੂ ਗੁਰੂਸਰੇ ਜੀ, ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਵੇਂ ਜਾਣਦੇ ਹਾਂ ਵੀ 28 ਤਰੀਕ ਦਾ ਬੜੀ ਦੁਨੀਆ ਨੂੰ ਜਿਹੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ, ਜਿਹੜਾ ਇਹ ਸਿਰਸੇ ਵਾਲੇ ਡੇਰੇ ਦਾ ਜਿਹੜਾ ਆ ਗੁਰਮੀਤ ਰਾਮ ਰਹੀਮ, ਇਸ ਨੂੰ ਜਿਹੜਾ ਆ ਆਲਰੇਡੀ ਘੋਸ਼ਿਤ ਕਰ ਦਿੱਤਾ ਗਿਆ ਸੀਗਾ ਵੀ ਇਹ ਦੋਸ਼ੀ ਆ, ਬਲਾਤਕਾਰੀ ਆ, ਅਤੇ ਉਸ ਦੀ ਜਿਹੜੀ ਸਜ਼ਾ ਜਿਹੜੀ ਆ ਸੁਣਾ ਦਿੱਤੀ ਗਈ ਆ। ਦੋਵਾਂ ਕੇਸਾਂ ਦੇ ਵਿੱਚ ਮਿਲਾ ਕੇ ਇਸ ਨੂੰ 20 ਸਾਲਾਂ ਦੀ ਸਜ਼ਾ ਸੁਣਾਈ ਗਈ ਆ। 20 ਸਾਲ ਲਈ ਕਹਿ ਸਕਦੇ ਹੋ ਕਿ ਡੱਬਾ ਬੰਦ ਹੋ ਗਿਆ ਬਾਬਾ। 20 ਸਾਲ ਪੱਕੇ ਤੌਰ ਤੇ ਭਾਂਡੇ ਪੈ ਗਿਆ। ਹੁਣ ਦੇਖੋ, ਇਸ ਮਾਮਲੇ ਦੇ ਵਿੱਚ ਉਤਸੁਕਤਾ ਇਸੇ ਗੱਲ ਨੂੰ ਲੈ ਕੇ ਸੀਗੀ ਕਿ ਸਜ਼ਾ ਕਿੰਨੀ ਹੁੰਦੀ ਹੈ। ਜੀ ਜੀ, ਕਿਉਂਕਿ ਜਿਸ ਤਰ੍ਹਾਂ ਦੀ ਧਾਰਾ ਸੀਗੀ ਉਹਦੇ ਵਿੱਚ ਕੁਝ ਵੀ ਸਜ਼ਾ ਹੋ ਸਕਦੀ ਸੀ। 7 ਵੀ 10 ਸੀ, ਔਰ ਇਸ ਤੋਂ 10 ਤੋਂ ਵੀ ਅੱਗੇ ਹੋ ਸਕਦੀ ਸੀਗੀ ਜੀ। ਪਰ ਐਨ ਮੌਕੇ ਤੇ ਆ ਕੇ ਆ ਜਿਹੜੀ ਤੁਸੀਂ ਕਹਿੰਦੇ ਹੋ ਕਿ 10 ਸਾਲ ਜੀ ਜੀ ਦੋਹਰੀ ਸਜ਼ਾ ਕਹਿਣ ਤੋਂ ਭਾਵ ਆ, ਜੀ, ਇਹ ਆ ਕੇ ਮੌਕੇ ਤੇ ਪਤਾ ਲੱਗਾ। ਦੇਸ਼ ਦੇ ਤਮਾਮ ਚੈਨਲ ਇਸ ਨੂੰ 10 ਸਾਲ ਕੈਦ ਹੀ ਬੋਲ ਕੇ ਗਏ ਸਨ। 10 ਸਾਲ ਕੈਦ, 65,000 ਰੁਪਇਆ ਜੁਰਮਾਨਾ ਜੀ। ਇਹ ਤੇ ਸ਼ਾਮ ਪੈਂਦਿਆਂ ਲੋਕਾਂ ਨੂੰ ਪਤਾ ਲੱਗਿਆ ਕਿ ਕੇਸ ਇੱਕ ਦੇ ਵਿੱਚ ਫੈਸਲਾ ਨਹੀਂ ਆਇਆ। ਦਰਅਸਲ 2 ਆਦਮੀਆਂ ਦਾ ਅਲੱਗ-ਅਲੱਗ ਮਾਮਲਾ ਸੀ। ਉਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਇੱਕੋ ਫੈਸਲਾ ਆਇਆ। ਮਤਲਬ ਫੈਸਲਾ ਇੱਕ ਹੈ ਪਰ ਕੇਸ 2 ਨੇ ਜੀ। ਔਰ ਦੋਨਾਂ ਕੇਸਾਂ ਦਾ ਜਿਹੜਾ ਫੈਸਲਾ ਉਹ ਲਾ ਕੇ ਕਿਹਾ ਜਾ ਸਕਦਾ, ਉਹਦੇ 'ਚ ਇਹ ਆ ਕਿ ਦੋਨਾਂ ਮਾਮਲਿਆਂ 'ਚ 10-10 ਸਾਲ ਕੈਦ ਔਰ 15-15 ਲੱਖ ਰੁਪਈਆ ਜੁਰਮਾਨਾ। 15-15 ਲੱਖ ਰੁਪਈਆ ਜਿਹੜਾ ਜੁਰਮਾਨਾ ਪਾਇਆ ਗਿਆ, ਉਹਦੇ 'ਚ 14-14 ਲੱਖ ਰੁਪਈਆ ਜਿਹੜਾ ਉਹ ਉਹਨਾਂ ਵਿਕਟਮਸ ਨੂੰ ਹਰਜ਼ਾਨਾ, ਮਤਲਬ ਕਿ ਉਹਨਾਂ ਨੂੰ ਕੰਪਨਸੇਸ਼ਨ ਰੱਖਿਆ ਗਿਆ। ਸੋ ਇਹ ਇੱਕ ਬਹੁਤ ਵਿਲੱਖਣ ਫੈਸਲਾ ਇਸ ਕਰਕੇ ਰਿਹਾ ਕਿ ਐਨ ਮੌਕੇ ਤੇ ਜਿਹੜੇ ਜੁਰਮਾਨੇ ਨੂੰ ਥੋੜਾ ਕਹਿ ਕੇ ਬੁੱਧੀਜੀਵੀ ਉਹ ਚਰਚਾ ਦਾ ਵਿਸ਼ਾ ਬਣਾ ਰਹੇ ਸਨ, ਭੰਡ ਰਹੇ ਸਨ ਕਿ ਇਹ ਫੈਸਲਾ ਬਹੁਤ ਗਲਤ ਹੈ ਜੀ, ਉਹਨਾਂ ਨੇ ਏਡੀ ਲੰਮੀ ਲੜਾਈ ਲੜੀ ਹੈ ਪੀੜਤਾਂ ਨੇ, ਉਹਨਾਂ ਲਈ ਕੋਈ ਹਰਜ਼ਾਨਾ ਚਾਹੀਦਾ ਸੀਗਾ। ਪਰ ਐਨ ਮੌਕੇ ਤੇ ਜਦੋਂ ਆ ਕੇ ਇਹ ਪਤਾ ਲੱਗਿਆ ਸ਼ਾਮੀ ਕਿ ਦਰਅਸਲ ਉਹਨਾਂ ਲਈ ਤੇ 14-14 ਲੱਖ ਰੁਪਇਆ ਹਰਜ਼ਾਨਾ ਰੱਖ ਦਿੱਤਾ ਜੱਜ ਨੇ, ਤੇ ਫਿਰ ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਕਹਿੰਦੇ ਕਿ ਆਹ ਤਾਂ ਬਹੁਤ ਵੱਡਾ ਹਰਜ਼ਾਨਾ ਪਾ ਦਿੱਤਾ ਜੱਜ ਨੇ। ਸੋ ਫਿਰ ਜੱਜ ਨੇ ਹਮੇਸ਼ਾ, ਜਿੱਦਾਂ ਇਸ ਜੱਜ ਨੇ ਜਗਦੀਪ ਸਿੰਘ ਨੇ ਹਮੇਸ਼ਾ ਸਰਪ੍ਰਾਈਜ਼ ਹੀ ਕੀਤਾ, ਹਰਜ਼ਾਨੇ ਦੇ ਮਾਮਲੇ 'ਚ ਵੀ ਸਰਪ੍ਰਾਈਜ਼ ਹੀ ਕੀਤਾ। ਕਿਉਂਕਿ ਲੋਕੀ ਇਹ ਮੰਨ ਕੇ ਚੱਲਦੇ ਸਨ ਕਿ 65,000 ਰੁਪਇਆ ਜੁਰਮਾਨਾ ਥੋੜਾ, ਕਿਉਂਕਿ ਇੱਕ ਧਾਰਾ 'ਚ 50 ਕੀਤਾ, ਫਿਰ ਦੂਸਰੇ 'ਚ 10 ਕੀਤਾ, ਤੀਸਰੀ ਧਾਰਾ 'ਚ 5 ਕੀਤਾ। ਤਾਂ ਲੋਕੀ ਕਹਿੰਦੇ ਸਨ ਥੋੜਾ ਉਹ ਆਲੋਚਨਾ ਸ਼ੁਰੂ ਹੋ ਗਈ ਸੀਗੀ ਦੱਬੀ ਜ਼ੁਬਾਨ ਨਾਲ। ਪਰ ਜਿੱਦਾਂ ਹੀ ਉਹ 14-14 ਲੱਖ ਹਰਜ਼ਾਨੇ ਵਾਲਾ ਅੰਕੜਾ ਆਇਆ, ਫਿਰ ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਤੇ ਇੰਨਾ ਪਾ ਦਿੱਤਾ। ਸੋ ਇਹ ਕੇਸ ਫੈਸਲੇ ਤੱਕ ਆਉਂਦਿਆਂ ਬੜਾ ਦਿਲਚਸਪ ਬਣ ਚੁੱਕਾ ਸੀਗਾ। ਔਰ ਖਾਸ ਤੌਰ ਤੇ ਜੱਜ ਦਾ ਜਿਹੜਾ ਜਗਦੀਪ ਸਿੰਘ ਸੀ, ਉਹਦਾ ਜਿਹੜਾ ਵਕਾਰ ਸੀਗਾ, ਉਹਨੂੰ ਦੇਖਦਿਆਂ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਉਹ ਇਸ ਕਰਕੇ ਜ਼ਿਆਦਾ ਇੱਧਰ ਜ਼ਿਆਦੀਆਂ ਕੱਢੀਆਂ ਗਈਆਂ ਸੀ ਕਿ ਇਸ ਫੈਸਲੇ ਦੇ ਵਿੱਚ ਕੁਛ ਨਾ ਕੁਛ ਨਵਾਂ ਜ਼ਰੂਰ ਹੋਏਗਾ, ਕੋਈ ਨਾ ਕੋਈ ਨਜ਼ੀਰ ਲਾਜ਼ਮੀ ਬਣੇਗੀ। ਸੋ ਨਜ਼ੀਰ ਬਣ ਗਈ ਹੈ, ਪਰ ਜੋ ਉੱਥੇ ਡਰਾਮਾ ਕੀਤਾ ਇਸ ਨੌਟੰਕੀਬਾਜ਼ ਨੇ, ਵਾਕਈ ਮੈਂ ਕਹਿੰਦਾ ਕਿ ਇਸ ਬੰਦੇ ਨੂੰ ਤੇ ਫਿਲਮਾਂ 'ਚ ਬਹੁਤ ਪਹਿਲਾਂ ਮੌਕਾ ਦੇ ਦੇਣਾ ਚਾਹੀਦਾ ਸੀਗਾ।
ਜਿਸ ਤਰੀਕੇ ਦਾ ਨਾਟਕ ਕੀਤਾ ਗਿਆ, ਦੇਖੋ ਉੱਥੇ ਲਿਟ ਗਿਆ, ਫਰਸ਼ ਤੇ ਬੈਠ ਗਿਆ, ਭੁੱਬਾ ਮਾਰ ਕੇ ਰੋ ਪਿਆ, ਮੈਨੂੰ ਮਾਫ ਕਰ ਦਿਓ ਜੀ, ਪਹਿਲਾਂ ਤਰਕ ਦਿੱਤੇ ਸੋ ਕਿ ਮੈਂ ਸਮਾਜ ਭਲਾਈ ਦੇ ਬੜੇ ਕੰਮ ਕੀਤੇ ਹੈ ਜੀ, ਮੇਰੀ ਉਮਰ ਬਹੁਤ ਜ਼ਿਆਦਾ ਹੈ ਜੀ, ਮੇਰੇ ਬੈਕ ਪੇਨ ਰਹਿੰਦੀ ਹੈ। ਉਹ ਕਹਿੰਦੇ ਜੀ ਤੁਸੀਂ ਕੰਮ ਕੀਤੇ ਹੋਣੇ ਸਮਾਜ ਭਲਾਈ ਦੇ, ਇਹਦਾ ਮਤਲਬ ਇਹ ਥੋੜੀ ਕਿ ਤੁਹਾਨੂੰ ਬਲਾਤਕਾਰ ਕਰਨ ਦਾ ਲਾਇਸੈਂਸ ਮਿਲ ਗਿਆ। ਸੋ ਇਹ ਬਲਾਤਕਾਰ ਆਪਣੀ ਜਗ੍ਹਾ ਤੇ ਆ, ਤੁਸੀਂ ਇਹ ਸਮਾਜ ਭਲਾਈ ਦੇ ਕੰਮ ਕੀਤੇ, ਠੀਕ ਕੀਤੇ ਹੋਣਗੇ, ਪਰ ਇਹਦੇ ਨਾਲ ਇਹ ਥੋੜੀ ਆ ਕਿ ਤੁਹਾਨੂੰ ਬਲਾਤਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸੋ ਇਹ ਬਹੁਤ ਵੱਡੀ ਟਿੱਪਣੀ ਸੀਗੀ ਕਿ ਤੁਹਾਨੂੰ ਬਲਾਤਕਾਰ ਕਰਨ ਦੀ ਇਜਾਜ਼ਤ ਨਹੀਂ ਮਿਲ ਜਾਂਦੀ ਜੇ ਤੁਸੀਂ ਸਮਾਜ ਸੇਵੀ ਕੰਮ ਕਰਦੇ ਹੋ। ਸੋ ਸਾਰੀਆਂ ਇਹ ਜਿਹੜੀਆਂ ਦਲੀਲਾਂ ਉਹ ਰੱਦ ਹੋ ਗਈਆਂ ਸਨ। ਦਰਅਸਲ ਇਸ ਸਜ਼ਾ ਨੂੰ ਸੁਣਾਉਣ ਤੋਂ ਪਹਿਲਾਂ ਇੱਕ ਬਹਿਸ ਹੋਈ, ਜਿੱਦਾਂ ਜ਼ਿਰਾ ਹੁੰਦੀ ਹੈ ਉਹਨਾਂ ਵਕੀਲਾਂ 'ਚ, ਉਹ ਜ਼ਿਰਾ ਦੂਸਰੇ ਤੱਥਾਂ ਨੂੰ ਜਾਂ ਸਬੂਤਾਂ ਨੂੰ ਲੈ ਕੇ ਨਹੀਂ ਸੀ, ਉਹ ਸਜ਼ਾ ਇਸ ਗੱਲ ਨੂੰ ਲੈ ਕੇ ਸੀਗੀ ਕਿ ਉਹ ਬਹਿਸ ਇਸ ਗੱਲ ਨੂੰ ਲੈ ਕੇ ਸੀ ਕਿ ਸਜ਼ਾ ਕਿੰਨੀ ਕੀਤੀ ਜਾਵੇ। ਜਿਹੜੇ ਇਹਨਾਂ ਦੇ ਵਕੀਲ ਸੀ, ਡਿਫੈਂਸ ਦੇ ਵਕੀਲ ਸੀਗੇ, ਉਹ ਕਹਿੰਦੇ ਸਨ ਕਿ ਘੱਟ ਤੋਂ ਘੱਟ ਸਜ਼ਾ ਕੀਤੀ ਜਾਵੇ, ਜਦ ਕਿ CBI ਦੇ ਵਕੀਲ ਇਹਦੇ ਲਈ ਉਮਰ ਕੈਦ ਮੰਗਦੇ ਪਏ ਸਨ ਕਿ ਇਸ ਬੰਦੇ ਨੂੰ ਉਮਰ ਕੈਦ ਘੱਟੋ ਘੱਟ ਦੇਣੀ ਚਾਹੀਦੀ ਹੈ, ਕਿਉਂਕਿ ਉਹ ਕਹਿੰਦੇ ਸਨ ਕਿ ਇਹ ਰੇਅਰੈਸਟ ਆਫ ਰੇਅਰ ਕੇਸ ਆ। ਇਹਦੇ ਵਿੱਚ ਦਰਅਸਲ ਇਸ ਬੰਦੇ ਨੇ ਵਿਸ਼ਵਾਸਘਾਤ ਕੀਤਾ, ਕਿਉਂਕਿ ਜੋ ਸਾਧਵੀਆਂ ਇਹਦੇ ਕੋਲ ਰਹਿ ਰਹੀਆਂ ਸਨ ਉਹ ਇਹਦੇ ਕੋਲ ਆਸਰਾ ਲੈ ਕੇ ਰਹਿ ਰਹੀਆਂ ਸਨ, ਯਾਨੀ ਇਹਨੇ ਆਸਰਾ ਦੇ ਕੇ ਉਹਨਾਂ ਦਾ ਵਿਸਾਹ ਜਿਹੜਾ ਉਹਦਾ ਘਾਤ ਕੀਤਾ। ਇਸ ਕਰਕੇ ਦੋਨਾਂ ਦੀ ਇੱਕ ਜਿਹੜੀ ਜ਼ਿਰਾ ਹੋਈ ਸੀਗੀ, ਉਸ ਜ਼ਿਰਾ ਦੇ ਵਿੱਚ ਵਕੀਲ ਨੇ ਆਪਣਾ ਪੱਖ ਰੱਖਿਆ, ਦੂਸਰੇ ਵਕੀਲ ਨੇ ਆਪਣਾ ਪੱਖ ਰੱਖਿਆ, ਪਰ ਜੱਜ ਨੇ ਜੋ ਫੈਸਲਾ ਦਿੱਤਾ ਉਹ ਫੈਸਲਾ ਅੰਤ ਨੂੰ ਇਹ ਸੀਗਾ ਕਿ ਦੋਨਾਂ ਮਾਮਲਿਆਂ 'ਚ 10 ਸਾਲ ਕੈਦ ਕਰ ਦਿੱਤੀ ਗਈ। ਹੁਣ ਦੇਖਣ ਵਾਲੀ ਚੀਜ਼ ਜਿਹੜੀ ਸੀਗੀ ਉਸ ਤੋਂ ਬਾਅਦ ਇਹ ਸੀਗੀ ਕਿ ਇਹ ਜਿਹੜਾ ਗੁਰਮੀਤ ਇਨਸਾਨ ਉਹ ਬਾਹਰ ਆ ਕੇ ਕਹਿੰਦਾ ਜੀ ਮੈਨੂੰ ਚਾਹ ਤੇ ਕੁੱਟ ਪਿਆਓ। ਉਹ ਕਹਿੰਦੇ ਚਾਹ ਕੈਦੀਆਂ ਦੀ ਚਾਹ ਦਾ ਟਾਈਮ ਨਹੀਂ ਹਲੇ ਹੋਇਆ ਜੀ, ਉਹ ਕੈਦੀਆਂ ਦੇ ਅਨੁਸਾਰ ਹੀ ਮਿਲਣਾ ਤੈਨੂੰ, ਜੋ ਹੁਣ ਉਹਨਾਂ ਦਾ ਮਿਲਿਆ ਨਾ ਸ਼ਡਿਊਲ ਬਣਿਆ ਉਹਦੇ ਹਿਸਾਬ ਨਾਲ ਹੀ, ਔਰ ਜੋ ਮੈਨੂੰ ਜੇਲ੍ਹ ਦਾ ਹੈ ਨਾ ਉਹਦੇ ਮੁਤਾਬਕ ਹੀ, ਮੈਨੂੰ ਦੇ ਮੁਤਾਬਕ ਹੀ ਚੱਲਣਾ ਪੈਣਾ ਹੁਣ ਤੈਨੂੰ। ਉਹ ਗੱਲਾਂ ਗਈਆਂ ਜਦੋਂ ਕੋਫਤੇ ਮੰਗਾ ਲਏ ਤੇ ਨਾਲ ਚਾਚੀਆਂ ਵਾਲੀ ਚਾਹ ਮੰਗਾ ਲਈ, ਉਹ ਗੱਲਾਂ ਗਈਆਂ। ਹੁਣ ਮਰ ਗਈ ਉਹ ਮਾਂ ਜਿਹੜੀ ਦਹੀਂ ਨਾਲ ਟੁੱਕ ਰਹਿੰਦੀ ਸੀਗੀ ਤੇ ਫਿਰ ਜੀ। ਤੇ ਮਿੰਟੂ ਜੀ ਮੈਂ ਇੱਕ ਚੀਜ਼ ਜਿਹੜੀ ਪੁੱਛਣਾ ਚਾਹੂੰਗਾ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਹ ਵੀ ਸਵਾਲ ਹੋਊਗਾ, ਜਿੱਦਾਂ 10 ਸਾਲ ਦੀ ਦੋਹਰੀ ਸਜ਼ਾ ਹੋਈ ਆ, ਕੀ ਇਹ 10 ਸਾਲ ਦੀ ਦੋਨੋਂ ਸਜ਼ਾ ਇਕੱਠੇ ਟਾਈਮ ਤੇ ਸ਼ੁਰੂ ਹੋਊਗੀ ਕਿ ਇੱਕ 10 ਸਾਲ ਮੁੱਕਣ ਤੋਂ ਬਾਅਦ ਜਿਹੜੀ ਅਗਲੀ 10 ਸਾਲ ਦੀ ਸ਼ੁਰੂ ਹੋਣੀ ਆ? ਨਹੀਂ, ਇਹ ਅਲੱਗ-ਅਲੱਗ ਚੱਲੇਗੀ। ਆਮ ਤੌਰ ਤੇ ਕੀ ਹੈ ਨਾ ਕਿ ਦੇਖੋ ਕਈ ਮਾਮਲੇ ਏਦਾਂ ਹੁੰਦੇ ਆ ਕਿ ਜਿਨ੍ਹਾਂ ਦੇ ਵਿੱਚ ਅੱਗੇ ਜਾ ਕੇ ਕਰੰਟ ਹੋ ਜਾਂਦੀ ਹੈ ਸਜ਼ਾ। ਕਰੰਟ ਮਤਲਬ ਮਰਜ਼ ਹੋ ਜਾਂਦੀ ਹੈ ਸਜ਼ਾ, ਪਰ ਇਹਦੇ ਵਿੱਚ ਨਹੀਂ ਹੋਏਗੀ ਕਿਉਂਕਿ 2 ਰੇਪ ਕੇਸ ਨੇ। 2 ਰੇਪ ਕੇਸ ਦਾ ਮਤਲਬ ਹੈ ਕਿ ਇੱਕ ਪਹਿਲਾਂ 10 ਸਾਲ ਚੱਲੇਗੀ ਤਰੀਕੀ ਸਜ਼ਾ। ਤਰੀਕੀ ਤੋਂ ਭਾਵ ਹੁੰਦਾ ਅੱਜ ਤੋਂ ਲੈ ਲਓ 17 ਦੀ ਜਿਹੜੀ ਹੈਗੀ 28 ਅਗਸਤ, ਉਹ ਚੱਲੇਗੀ 28 ਅਗਸਤ 27 ਤੱਕ। ਉਸ ਤੋਂ ਅੱਗੇ 28 ਅਗਸਤ 27 ਤੋਂ 28 ਅਗਸਤ 37 ਤੱਕ ਇਹ ਤਰੀਕੀ ਸਜ਼ਾ ਹੁੰਦੀ ਹੈ। ਠੀਕ ਹੈ ਜੀ। ਇਹਦੇ ਵਿੱਚ ਗਾਂ ਹੁਣ ਇਹ ਹੁੰਦਾ ਕਿ ਪੈਰੋਲ ਆ ਗਈ ਕਿਸੇ ਦੀ ਜਾਂ ਅੱਗੇ ਜ਼ਮਾਨਤ ਮਿਲਦੀ, ਉਹ ਵੱਖਰਾ, ਪਰ ਜਿਹੜੀ ਰਿਹਾਈ ਬਣੇਗੀ ਉਹ ਇਹਦੀ ਬਣੇਗੀ ਮੇਰੇ ਖਿਆਲ ਦੇ ਨਾਲ 2037 ਦੀ, ਯਾਨੀ 10 ਦੀ ਪਹਿਲਾਂ ਖਤਮ ਕਰਕੇ ਉਸ ਤੋਂ ਬਾਅਦ 10 ਦੀ ਸ਼ੁਰੂ ਕਰਕੇ ਉਹ ਖਤਮ ਕਰਨੀ ਪਵੇਗੀ, ਫਿਰ ਰਿਹਾਈ ਬਣੇਗੀ। ਜੀ। ਤੇ ਨਾਲ ਮੈਂ ਇਹ ਪੁੱਛਣਾ ਚਾਹੁੰਦਾ ਮਿੰਟੂ ਜੀ, ਕੀ ਇਹ ਉੱਚ ਅਦਾਲਤ ਵੱਲ ਨੂੰ ਜਿਹੜੇ ਕੇਸ ਜਿੱਦਾਂ ਉਹ ਲੈ ਕੇ ਜਾਣਗੇ, ਕੀ ਪ੍ਰਕਿਰਿਆ ਹੋਵੇਗੀ ਕਿ ਕੀ ਇਹਦੀਆਂ ਜਿਹੜੀਆਂ ਸਾਰੀਆਂ ਅਪੀਲਾਂ ਜਿਹੜੀਆਂ ਉਹ ਬੰਦ ਆ ਤੇ ਇਸ ਨੂੰ ਸਜ਼ਾ ਹੋਵੇਗੀ ਕਿ ਇਹਦੇ ਬਾਹਰ ਆਉਣ ਦੇ ਕੋਈ ਚਾਂਸ ਜਾਂ ਕਿਸ ਤਰੀਕੇ ਦੇ ਨਾਲ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਇਹ ਵੀ ਸਵਾਲ ਨੇ। ਨਹੀਂ, ਮੇਰੇ ਖਿਆਲ ਦੇ ਨਾਲ ਬੜੇ ਇਮਕਾਨ ਘੱਟ ਨੇ ਬਾਹਰ ਆਉਣ ਦੇ। ਉਹ ਏਦਾਂ ਆ ਕਿ ਦੇਖੋ ਇੱਕ ਹੁੰਦਾ ਨਾ, ਇੱਕ ਕੇਸ ਹੁੰਦਾ, ਉਹਦੀ ਅਪਰ ਕੋਰਟ 'ਚ ਹਾਈ ਕੋਰਟ 'ਚ ਅਪੀਲ ਕੀਤੀ ਜਾ ਸਕਦੀ ਸੀ, ਸਜ਼ਾ ਸਟੇ ਹੋ ਸਕਦੀ ਸੀ, ਮੁਲਤਵੀ ਹੋ ਜਾਂਦੀ, ਕਿਉਂਕਿ ਕੁਛ ਮਾਮਲਿਆਂ 'ਚ ਹੁੰਦਾ ਕਿ 1/4 ਜਾਂ 1/3 ਘਟਾ ਕੇ ਜ਼ਮਾਨਤ ਦੇ ਦਿੱਤੀ ਜਾਂਦੀ ਹੈ, ਯਾਨੀ ਕੋਈ ਕੇਸ ਮੈਰਿਟ ਦੇ ਆਧਾਰ ਤੇ ਹੁੰਦਾ, ਕੋਈ ਕੇਸ ਸਿੱਧੀ ਬਹਿਸ ਤੇ ਚਲਾ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਇਸ ਕੇਸ ਤੇ ਮੇਰੇ ਖਿਆਲ ਦੇ ਨਾਲ ਲਾਗੂ ਨਹੀਂ ਹੋਣਗੀਆਂ, ਕਿਉਂਕਿ ਇਹ ਕੇਸ ਬੜਾ ਵੱਖਰੀ ਕਿਸਮ ਦਾ ਕੇਸ ਆ। ਤਾਂ ਇਹ ਆ ਕਿ ਇਹ ਜਾਣਗੇ ਜ਼ਰੂਰ, ਕੋਸ਼ਿਸ਼ ਜ਼ਰੂਰ ਕਰਨਗੇ, ਅਪੀਲ ਪਾਉਣਗੇ ਇਸ ਫੈਸਲੇ ਦੇ ਉਲਟ, ਮੈਨੂੰ ਲੱਗਦਾ। ਔਰ ਮੇਰੇ ਖਿਆਲ ਦੇ ਨਾਲ ਇੱਕ ਜਿਹੜੀ ਬਹਿਸ ਹੋ ਰਹੀ ਹੈ ਨਾ ਕਿ CBI ਵੀ ਉੱਤੇ ਜਾਏਗੀ, ਹਾਈ ਕੋਰਟ ਦੇ ਵਿੱਚ ਜਾ ਕੇ ਉਹ ਵੀ ਚੈਲੰਜ ਕਰੇਗੀ, ਉਹ ਇਸ ਗੱਲ ਨੂੰ ਲੈ ਕੇ ਚੈਲੰਜ ਕਰੇਗੀ ਕਿ ਇਹ ਜਿਹੜੀ ਸਜ਼ਾ ਹੈ ਇਹਨੂੰ ਵਧਾ ਕੇ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ, ਯਾਨੀ ਡਬਲ ਉਮਰ ਕੈਦ ਹੋਵੇ। ਤਾਂ ਮੇਰੇ ਖਿਆਲ ਦੇ ਨਾਲ CBI ਨਹੀਂ ਜਾਏਗੀ।
ਸੀਬੀਆਈ ਸੰਤੁਸ਼ਟ ਹੈ ਔਰ ਮੇਰੇ ਖਿਆਲ ਦੇ ਨਾਲ ਬਹੁਤ ਸਜ਼ਾ ਦਵਾ ਦਿੱਤੀ ਹੈ ਸੀਬੀਆਈ ਨੇ। ਸੀਬੀਆਈ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ। ਸੋ ਕੁਝ ਲੋਕ ਇਸ ਗੱਲ ਨੂੰ ਲੈ ਕੇ ਬਹਿਸ ਕਰਦੇ ਪਏ ਆ ਕਿ ਕੀ ਸੀਬੀਆਈ ਜਾ ਕੇ ਇਸ ਫੈਸਲੇ ਨੂੰ ਉੱਤੇ ਚੈਲੰਜ ਕਰੇਗੀ। ਸੋ ਉਹਦਾ ਇਮਕਾਨ ਘੱਟ ਆ। ਇਮਕਾਨ ਜ਼ਿਆਦਾ ਇਸ ਗੱਲ ਦਾ ਹੈ ਕਿ ਇਹ ਜਾ ਕੇ ਉੱਤੇ ਅਪੀਲ ਕਰਨਗੇ। ਪਰ ਇਮਕਾਨ ਇਸ ਗੱਲ ਦਾ ਵੀ ਜ਼ਿਆਦਾ ਹੈ ਇਹਨੂੰ ਰਾਹਤ ਨਹੀਂ ਮਿਲਣੀ। ਰਾਹਤ ਇਸ ਕਰਕੇ ਨਹੀਂ ਮਿਲਣੀ ਕਿਉਂਕਿ ਇਹ ਡਬਲ ਰੇਪ ਕੇਸ ਆ। ਰੇਪ ਕੇਸ ਦੀ ਵੀ ਅੱਜ ਕੱਲ੍ਹ ਜ਼ਮਾਨਤ ਨਹੀਂ ਹੁੰਦੀ, ਇਹ ਡਬਲ ਰੇਪ ਕੇਸ ਆ। ਔਰ ਤੀਜੀ ਗੱਲ ਜਿਹੜੀ ਦੇਖਣ ਵਾਲੀ ਹੈ ਉਹ ਇਹ ਆ ਕਿ ਉੱਤੋਂ 18 ਸਤੰਬਰ ਨੂੰ ਤੇ ਛਤਰਪਤੀ ਮਰਡਰ ਕੇਸ ਦੀ ਜਿਹੜੀ ਉਹ ਆਖਰੀ ਜਿਹੜਾ ਸ਼ੁਰੂ ਹੋ ਜਾਣੀ ਹੈ, ਫਾਈਨਲ ਜਿਹੜਾ ਉਹ ਸ਼ੁਰੂ ਹੋ ਜਾਣੀ ਹੈ। ਤੇ ਉਹ ਲਾ ਕੇ ਆਪਾਂ ਮੰਨ ਕੇ ਚੱਲੀਏ ਕਿ 18 ਸਤੰਬਰ ਤੋਂ ਸ਼ੁਰੂ ਹੁੰਦੀ ਹੈ, 16 ਜਾਂ 18 ਨੂੰ ਹੈ ਮੇਰੇ ਖਿਆਲ ਦੇ ਨਾਲ ਉਹ ਸ਼ੁਰੂ ਹੋਣੀ ਹੈ। ਲਾ ਲਓ ਕਿ ਮਹੀਨਾ ਡੇਢ ਮਹੀਨਾ ਚੱਲ ਜਾਏਗੀ ਬਹਿਸ। ਲੱਗਦਾ ਤੇ ਇਹ ਕਿ 2017 ਤੱਕ ਦਾ ਉਹਦਾ ਫੈਸਲਾ ਆ ਜਾਣਾ। ਔਰ ਉਹਦਾ ਜਿਹੜਾ ਸਟੇਟਸ ਹੈ ਉਸ ਕੇਸ ਦਾ, ਛਤਰਪਤੀ ਮਰਡਰ ਕੇਸ ਦਾ, ਸਿਮਿਲਰ ਸਟੇਟਸ ਹੈ ਰਣਜੀਤ ਮਰਡਰ ਕੇਸ ਦਾ। ਯਾਨੀ ਦੋ ਕੇਸ ਕਤਲਾਂ ਦੇ ਆ ਜਿਹੜੇ ਉਹ ਆਪ ਫੈਸਲੇ ਤੇ ਲੱਗੇ ਆ। ਤਾਂ ਉਸ ਸੂਰਤ ਦੇ ਵਿੱਚ ਹਾਈ ਕੋਰਟ ਨੇ ਇਹ ਵੀ ਦੇਖਣਾ ਹੈ ਕਿ ਭਾਈ ਤੇਰੇ ਤੇ ਦੋ ਕੇਸ ਜਿਹੜੇ ਆ ਉਹ ਵੀ ਉੱਤੇ ਲੱਗੇ ਪਏ ਆ, ਉਹਨਾਂ ਦਾ ਵੀ ਫੈਸਲਾ ਇੱਕ ਵਾਰੀ ਕਰਕੇ ਦੇਖ ਉਹ ਕਿਹੜੇ ਪਾਸੇ ਬਹਿੰਦਾ। ਦੂਜੀ ਗੱਲ ਜਿਹੜੀ ਹੈ ਨਾ ਕਿ ਇਹਦੇ ਅਨੁਯਾਈਆਂ ਨੇ, ਇਹਦੇ ਪ੍ਰੇਮੀਆਂ ਨੇ ਇਹਦੇ ਰਾਹ 'ਚ ਬਹੁਤ ਕੰਡੇ ਬੀਜ ਦਿੱਤੇ ਆ। ਜਦੋਂ ਵੀ ਹੁਣ ਅੱਗੇ ਜਾ ਕੇ ਬੇਲ ਮੰਗੇਗਾ ਨਾ, ਆਹ ਜਿਹੜਾ ਇਹਨਾਂ ਨੇ ਖਰੂਦ ਕੀਤਾ, ਜਿਹੜਾ ਕਰੋੜਾਂ ਅਰਬਾਂ ਦਾ ਨੁਕਸਾਨ ਕੀਤਾ ਦੇਸ਼ ਦਾ, ਇੱਕ ਤਰ੍ਹਾਂ ਨਾਲ ਸਿੱਧੀ ਲੜਾਈ ਵਿੱਢੀ ਹੈ ਸੰਵਿਧਾਨ ਦੇ ਖਿਲਾਫ, ਵਿਧੀ ਵਿਧਾਨ ਦੇ ਖਿਲਾਫ, ਇਸ ਦੇਸ਼ ਦੇ ਖਿਲਾਫ। ਇਹ ਗਰਾਊਂਡ ਇਹਨਾਂ ਦਾ ਖਰਾਬ ਕਰ ਦੇਗਾ ਕਿਉਂਕਿ ਜਾ ਕੇ ਇਹ ਅਪੋਜ਼ ਜਦੋਂ ਕਰਨਗੇ, ਸਟੇਟ ਦੇ ਵਕੀਲ ਅਪੋਜ਼ ਕਰਨਗੇ ਇਹਦੀ ਬੇਲ ਨੂੰ, ਤਾਂ ਉਹਦੇ ਵਿੱਚ ਇਹੀ ਕੰਮ ਖਰਾਬ ਹੋਏਗਾ ਇਹਦਾ ਕਿ ਇਸ ਬੰਦੇ ਦੇ ਨਾਲ ਇਸ ਤਰ੍ਹਾਂ ਦੇ ਖਰੂਦੀ ਲੋਕ ਜੁੜੇ ਆ। ਜੇ ਬੰਦਾ ਬਾਹਰ ਜਾਂਦਾ ਤਾਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਹੁਤ ਵੱਡਾ ਖਤਰਾ ਪੈਦਾ ਹੋਏਗਾ। ਔਰ ਮੈਂ ਤੇ ਮੰਨ ਕੇ ਚੱਲਦਾ ਕਿ ਇਹਨੂੰ ਪੈਰੋਲ ਵੀ ਛੇਤੀ ਨਹੀਂ ਮਿਲਣੀ। ਜਿਹੜੀ ਪੈਰੋਲ ਕੈਦੀ ਦਾ ਹੱਕ ਆ, ਜਿਸ ਤਰੀਕੇ ਦੇ ਦੰਗੇ ਫਸਾਦ ਹੋਏ ਆ, ਇਹ ਸਿਫਾਰਿਸ਼ ਨਾਲ ਤਾਂ ਪੈਰੋਲ ਭਾਵੇਂ ਲੈ ਜਾਵੇ। ਜੇ ਕਿ ਆਮ ਕੈਦੀ ਹੁੰਦਾ, ਜਿਸ ਤਰ੍ਹਾਂ ਦਾ ਇਹਦਾ ਟਰੈਕ ਰਿਕਾਰਡ ਹੁਣ ਬਣ ਗਿਆ, ਮੇਰੇ ਖਿਆਲ ਦੇ ਨਾਲ ਪੈਰੋਲ ਵੀ ਛੇਤੀ ਨਹੀਂ ਮਿਲਣੀ ਇਹਨੂੰ। ਜੀ ਬਿਲਕੁਲ ਚਾਹੀਦਾ ਵੀ ਨਹੀਂ ਆ ਵੀ ਇਹੋ ਜਿਹੇ ਬੰਦੇ ਤਾਂ ਜਿਹੜੇ ਕਹਿਣ ਨੂੰ ਸੁਧਾਰ ਘਰ ਨੇ ਉਹਨਾਂ ਵਿੱਚ ਹੀ ਪਏ ਜਿਹੜੇ ਚੰਗੇ ਆ, ਕਿਉਂਕਿ ਇਹਨਾਂ ਨੇ ਤਾਂ ਬਾਹਰ ਆ ਕੇ ਜਿਹੜਾ ਆ ਕੰਮ ਖਰਾਬ ਹੀ ਕੀਤਾ ਹੋਇਆ ਆ। ਸੋ ਬਿਲਕੁਲ ਜਿੱਦਾਂ ਤੁਸੀਂ ਦੱਸਿਆ। ਅਤੇ ਨਾਲ ਹੀ ਮਿੰਟੂ ਜੀ ਮੈਂ ਪੁੱਛਣਾ ਚਾਹੂੰਗਾ, ਇੱਕ ਜਿਹੜੇ ਖਾਸ ਕਰਕੇ CBI ਦੇ ਜਿਹੜੇ ਅਫਸਰ ਆ ਸਤੀਸ਼ ਡਗਰ ASP, ਉਹਨਾਂ ਦੀ ਪੂਰੀ ਵਾਹਵਾ ਇਸ ਪੂਰੇ ਕੇਸ ਦੇ ਵਿੱਚ ਹੋ ਰਹੀ ਆ। ਥੋੜ੍ਹਾ ਉਹਨਾਂ ਦੇ ਵੀ ਰੋਲ ਬਾਰੇ ਜ਼ਰੂਰ ਦੱਸਿਓ। ਸਤੀਸ਼ ਨਾਗਰ ਹੈ ਉਹਦਾ ਨਾਮ, ਉਹ DSP ਸੀਗਾ ਜੀ। ਹਾਂਜੀ, ਉਹ CBI ਦਾ DSP ਸੀ। ਇੱਕ ਹੋਰ DIG ਸੀਗਾ ਜੀ, ਉਹਦਾ ਨਾਮ ਸੀ ਮੁੰਜੀਲਾ ਨਾਰਾਇਣ। ਮੁੰਜੀਲਾ ਨਾਰਾਇਣ ਸਾਊਥ ਇਲਾਕੇ ਦਾ ਸੀਗਾ, ਦੱਖਣੀ ਇਲਾਕੇ ਦਾ ਸੀਗਾ, ਇਹਨਾਂ ਰਾਜਾਂ ਚੋਂ ਸੀਗਾ। ਇਹਨਾਂ ਦੋਨਾਂ ਅਫਸਰਾਂ ਨੇ ਹੀ ਇਸ ਕੇਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਵਾ ਜੀ। ਦਰਅਸਲ ਚੱਕਰ ਕੀ ਸੀਗਾ ਕਿ CBI ਲਈ ਜਾਂਚ ਪੜਤਾਲ ਜਿਹੜੀ ਉਹ ਕਰਨੀ ਸੁਖਾਲਾ ਕੰਮ ਨਹੀਂ ਸੀ ਉੱਥੇ ਜੀ। ਔਰ CBI ਨੂੰ ਜਾਂਚ ਪੜਤਾਲ ਜਿਹੜੀ ਉਹ ਕਿਸੇ ਸਰਕਾਰ ਨੇ ਨਹੀਂ ਸੀ ਦਿੱਤੀ। ਨੋਟ ਕਰਨ ਵਾਲੀ ਗੱਲ ਇਹ ਆ ਜੀ, ਅੱਜ ਜੋ ਮਰਜ਼ੀ ਕਹੀ ਜਾਣ, ਦਰਅਸਲ ਉਹ ਜਿਹੜੀ ਜਾਂਚ ਪੜਤਾਲ ਦਾ ਜ਼ਿੰਮਾ ਦਿੱਤਾ ਗਿਆ ਸੀ ਉਹ ਹਾਈ ਕੋਰਟ ਵੱਲੋਂ ਇਹਨਾਂ ਨੂੰ ਸੌਂਪਿਆ ਗਿਆ ਸੀ। ਔਰ ਜਦੋਂ ਇਹ ਜਾਂਚ ਪੜਤਾਲ ਲਈ ਆਏ ਹਰਿਆਣੇ ਦੇ ਵਿੱਚ, ਇਹ ਨਹੀਂ ਹੈ ਕਿ ਇਹਨਾਂ ਲਈ ਸਾਰੇ ਦਰਵਾਜ਼ੇ ਖੋਲ ਦਿੱਤੇ ਗਏ ਸੀ। ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਜਾਂਚ ਪੜਤਾਲ ਲਈ, ਔਰ ਡੇਰੇ 'ਚ ਵੜ ਨਹੀਂ ਸੀ ਦਿੱਤਾ ਗਿਆ ਕਿਉਂਕਿ ਸਰਕਾਰ ਜਿਹੜੀ ਉਸ ਸਮੇਂ ਦੀ ਸਰਕਾਰ ਉਹ ਵੀ ਇਹਨਾਂ ਦੇ ਨਾਲ ਸੀ, ਜਿਹੜੀ ਬਦਲ ਕੇ ਉੱਤੋਂ ਸਰਕਾਰ ਆਈ ਉਹ ਵੀ ਡੇਰੇ ਵਾਲਿਆਂ ਦੇ ਨਾਲ ਸੀ। ਯਾਨੀ CBI ਲਈ ਦੋਹਰੀ ਮਾਰ ਸੀਗੀ। ਇੱਕ ਤੇ ਕਿ ਜਿਹੜਾ ਮੁਦਈ ਸੀਗਾ ਉਹ ਗੁਮਨਾਮ ਸੀ, ਉਹਨੂੰ ਲੱਭਣਾ। ਦੂਸਰਾ ਇਹ ਕਿ ਸਿੱਧੇ ਤੌਰ ਤੇ ਉਹ ਉਸ ਜਗ੍ਹਾ ਤੇ ਨਹੀਂ ਸੀ ਜਾ ਸਕਦੇ ਜਿਸ ਜਗ੍ਹਾ ਤੇ ਸਬੂਤ ਮਿਲਣ ਦੀ ਸੰਭਾਵਨਾ ਸੀਗੀ। ਸੋ ਬੜੀ ਵੱਡੀ ਉਹਨਾਂ ਲਈ ਸਮੱਸਿਆ ਸੀ। ਪਰ ਉਹਨਾਂ ਦੋਨਾਂ ਅਫਸਰਾਂ ਨੇ ਬਹੁਤ ਵੱਡੀ ਘਾਲਣਾ ਘਾਲੀ, ਉਹਨਾਂ ਨੂੰ ਦਬਾਇਆ ਵੀ ਗਿਆ। ਉਹਨਾਂ ਦੇ ਆਪਣੇ ਅਧਿਕਾਰੀਆਂ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਤੁਹਾਨੂੰ ਇਹਨਾਂ ਨੇ ਛੱਡਣਾ ਨਹੀਂ ਗਾ, ਤੁਸੀਂ ਇਸ ਪਾਸੇ ਨਾ ਧਿਆਨ ਦਿਓ। ਪਰ ਉਹ ਪੋਲੀਟੀਕਲੀ ਪ੍ਰੈਸ਼ਰਾਈਜ਼ ਹੋਣ ਦੀ ਥਾਂ ਤੇ, ਆਪਣੇ ਅਧਿਕਾਰੀਆਂ ਦੇ ਡਰਾਵਿਆਂ 'ਚ ਆ ਕੇ ਡਰਨ ਦੀ ਥਾਂ ਤੇ ਆਪਣੀ ਡਿਊਟੀ 'ਚ ਲੱਗੇ ਰਹੇ। ਅਖੀਰ ਉਹਨਾਂ ਨੂੰ ਕਾਮਯਾਬੀ ਮਿਲ ਗਈ। ਉਹਨਾਂ ਨੇ ਜਿਹੜੀਆਂ ਬਹੁਤ ਸਾਰੀਆਂ ਸਾਧਵੀਆਂ ਉੱਥੋਂ ਛੱਡ ਕੇ ਚਲੀਆਂ ਗਈਆਂ ਸਨ ਡੇਰੇ ਨੂੰ। ਉਹਨਾਂ ਦਾ ਖੁਰਾ ਖੋਜ ਲੱਭਿਆ। ਖੁਰਾ ਖੋਜ ਲੱਭ ਕੇ ਉਹਨਾਂ ਨੇ ਕੁਛ ਏਦਾਂ ਦੀਆਂ ਸਾਧਵੀਆਂ ਲੱਭ ਲਈਆਂ ਜਿਨ੍ਹਾਂ ਦੇ ਨਾਲ ਉੱਥੇ ਕੁਕਰਮ ਹੋਇਆ ਸੀਗਾ। ਪਰ ਉਹਨਾਂ ਚੋਂ ਬਹੁਤੀਆਂ ਜਿਹੜੀਆਂ, ਕਿਉਂਕਿ ਉਹ ਆਪਣੀ ਵਿਆਹੁਤਾ ਲਾਈਫ 'ਚ ਚਲੇ ਗਈਆਂ ਜਾਂ ਉਹ ਆਉਣ ਨੂੰ ਮੁਰੇ ਆਉਣ ਨੂੰ ਤਿਆਰ ਨਹੀਂ ਸੀਗੀਆਂ,
ਸੋ ਪਰ ਉਹਨਾਂ ਚੋਂ ਕੁਛ ਨੇ ਜਿਹੜਾ ਸੀ ਉਹ ਇਹ ਮੰਨ ਲਿਆ ਕਿ ਸਾਡੇ ਨਾਲ ਕੁਕਰਮ ਹੋਇਆ, ਔਰ ਫਿਰ ਹੌਲੀ ਹੌਲੀ ਉਹਨਾਂ ਦੇ ਵਿੱਚੋਂ ਹੀ ਇਸ ਗੱਲ ਦਾ ਪਤਾ ਲੱਗਿਆ ਕਿ ਦਰਅਸਲ ਚਿੱਠੀ ਲਿਖੀ ਤੇ ਲਿਖੀ ਕਿਨੇ ਸੀਗੀ। ਜੀ ਜੀ। ਬਾਅਦ ਦੇ ਵਿੱਚ ਜਿਹੜੀਆਂ ਦੋ ਸਾਧਵੀਆਂ ਨੇ ਚਿੱਠੀ ਲਿਖੀ ਸੀ ਉਹਨਾਂ ਤੱਕ ਪਹੁੰਚ ਕੇ ਵੀ ਇਹਨਾਂ ਅਫਸਰਾਂ ਦਾ ਜਿਹੜਾ ਕੰਮ ਉਹ ਸਿੱਧਾ ਨਹੀਂ ਹੋਇਆ, ਕਿਉਂਕਿ ਉਹ ਬਹੁਤ ਡਰੀਆਂ ਹੋਈਆਂ ਸਨ, ਬਹੁਤ ਝਿਜਕਦੀਆਂ ਸਨ। ਉਸ ਸਮੇਂ ਤੱਕ ਉਹਨਾਂ ਦੀ ਜਿਹੜੀ ਗ੍ਰਹਿਸਥੀ ਜ਼ਿੰਦਗੀ ਸੀ ਉਹ ਵੀ ਸ਼ੁਰੂ ਹੋ ਚੁੱਕੀ ਸੀਗੀ। ਪਰ ਇਹਨਾਂ ਦੋਨਾਂ ਅਫਸਰਾਂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਅਸੀਂ ਤੁਹਾਨੂੰ ਹਰੇਕ ਤਰ੍ਹਾਂ ਦੀ ਸਿਕਿਉਰਿਟੀ ਦੇਵਾਂਗੇ, ਤੁਸੀਂ ਹੌਸਲਾ ਕਰਕੇ ਚਲੋ, ਅਸੀਂ ਤੁਹਾਡੇ ਨਾਲ ਇਸ ਲੜਾਈ ਦੇ ਵਿੱਚ ਖੜਾਂਗੇ। ਸੋ ਇਹ ਇਹਨਾਂ ਅਫਸਰਾਂ ਦੀ ਕਾਬਲੀਅਤ ਦਾ ਹੀ ਇੱਕ ਹਿਸਾਬ ਨਾਲ ਆਪਾਂ ਕਹਿ ਲਈਏ ਕਿ ਰੰਗ ਸੀਗਾ, ਜਿਹੜਾ ਇਹ ਕੇਸ ਬਹੁਤ ਜ਼ਿਆਦਾ ਸਿਆਸੀ ਦਬਾਅ ਚੋਂ ਨਿਕਲ ਕੇ ਇੱਥੋਂ ਤੱਕ ਪਹੁੰਚਿਆ। ਇਹ ਦੋ ਅਫਸਰ ਮੰਜੁਲਾ ਨਾਰਾਇਣ ਔਰ ਸਤੀਸ਼ ਨਾਗਰ, ਇਹ ਵੀ ਵਾਕਿਆ ਸਲੂਟ ਦੇ ਕਾਬਿਲ ਆ। ਜਿੱਦਾਂ ਅਸੀਂ ਛਤਰਪਤੀ ਜੀ ਨੂੰ ਸਲੂਟ ਕਰਦੇ ਹਾਂ, ਵਿਕਟਮਸ ਨੂੰ ਸਲੂਟ ਕਰਦੇ ਹਾਂ ਕਿ ਉਹਨਾਂ ਨੇ ਲੜਾਈ ਲੜੀ, ਜੱਜ ਨੂੰ ਸਲੂਟ ਕਰਦੇ ਹਾਂ, CBI ਦੇ ਵਕੀਲਾਂ ਨੂੰ ਸਲੂਟ ਕਰਦੇ ਆ, ਤਾਂ ਉਦਾਂ ਇਹ ਜਿਹੜੇ ਦੋ ਅਫਸਰ ਸੀ ਇਹ ਬੇਸ਼ੱਕ ਪਰਦੇ ਦੇ ਪਿੱਛੇ ਨੇ, ਪਰ ਇਹਨਾਂ ਦੀ ਜਿਹੜੀ ਮਿਹਨਤ ਸੀਗੀ ਉਹ ਮਿਹਨਤ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਔਖੀ ਡਗਰ ਵਾਲੀ ਮਿਹਨਤ ਸੀ, ਬਹੁਤ ਔਖਾ ਰਸਤਾ ਸੀ ਜੋ ਉਹਨਾਂ ਨੇ ਸਰ ਕੀਤਾ। ਜੀ ਜੀ। ਅਤੇ ਮਿੰਟੂ ਜੀ, ਅਜਿਹੇ ਹੋਰ ਵੀ ਬਹੁਤ ਸਾਰੇ ਜਿਹੜੇ ਡੇਰੇਦਾਰ ਬਣੇ ਫਿਰਦੇ ਨੇ, ਬਹੁਤ ਸਾਰੇ ਐਸੇ ਲੋਕ ਆਪਣੇ ਆਪ ਨੂੰ ਗੋਡਮੈਨ ਜਿਹੜੇ ਅਖਵਾਉਂਦੇ ਨੇ, ਉਹਨਾਂ ਦੇ ਲਈ ਇਹ ਸਜ਼ਾ ਕੀ ਸੰਕੇਤ ਆ? ਦੇਖੋ, ਜੇ ਸਮਝਣ ਤੇ ਸੰਕੇਤ ਬਹੁਤ ਵੱਡਾ ਆ ਜੀ, ਪਰ ਉਹਨਾਂ ਨਾਲੋਂ ਮੇਰੇ ਖਿਆਲ ਦੇ ਨਾਲ ਵੱਡਾ ਸੰਕੇਤ ਤੇ ਉਹਨਾਂ ਨੂੰ ਰੱਬ ਬਣਾਉਣ ਵਾਲਿਆਂ ਲਈ ਹੈ। ਸਹੀ ਗੱਲ। ਜਿਹੜੇ ਆਮ ਬੰਦੇ ਦੇ ਗਲ 'ਚ ਤਖਤੀ ਪਾ ਦਿੰਦੇ ਖੁਦਾ ਦੀ, ਇਹ ਸਭ ਉਹਨਾਂ ਲਈ ਵੱਡਾ ਹੋਣਾ ਚਾਹੀਦਾ। ਦੇਖੋ, ਆਪਣੇ ਆਪ ਨੂੰ ਕ੍ਰਿਸ਼ਨ ਦਾ ਅਵਤਾਰ ਦੱਸਣ ਵਾਲਾ, ਆਪਣੇ ਆਪ ਨੂੰ ਖੁਦ ਸਾਕਸ਼ਾਤ ਭਗਵਾਨ ਦੱਸਣ ਵਾਲਾ ਬੰਦਾ ਕਿੱਦਾਂ ਜੱਜ ਦੇ ਮੂਹਰੇ ਹੱਥ ਜੋੜ ਕੇ ਖੜਾ ਜੀ, ਉੱਥੇ ਡੰਡੌਤ ਕਰਦਾ ਪਿਆ, ਫਰਸ਼ ਤੇ ਲਿਟਦਾ ਪਿਆ, ਤੇ ਇਹ ਲੋਕ ਉਹਨੂੰ ਕਹਿੰਦੇ ਜੀ ਭਗਵਾਨ ਆ। ਨਾਲੇ ਉਹ ਰੇਪ ਦਾ ਦੋਸ਼ੀ ਸਾਬਤ ਹੋ ਚੁੱਕਾ, ਔਰ ਦੋਸ਼ਾਂ ਦਾ ਸਾਹਮਣਾ ਕਰਦਾ ਕਰਦਾ ਬੰਦਾ ਪੈਰਾਂ 'ਚ ਗਿੜਗੜਾਉਂਦਾ ਪਿਆ ਕਿ ਮੈਨੂੰ ਬਖਸ਼ ਦਿਓ। ਇੱਥੋਂ ਤੱਕ ਕਹਿੰਦਾ ਕੁਰਸੀ ਫੜ ਕੇ ਕਿ ਮੈਂ ਇਸ ਕੋਰਟ ਰੂਮ 'ਚੋਂ ਬਾਹਰ ਨਹੀਂ ਜਾਣਾ, ਮਤਲਬ ਕਿ ਮੈਨੂੰ ਜੇਲ੍ਹ ਦੀ ਬੈਰਕ 'ਚ ਨਾ ਕੱਲੋ। ਇੰਨਾ ਜ਼ਿਆਦਾ ਡਰਦਾ ਪਿਆ। ਤਾਂ ਇਹਨਾਂ ਲੋਕਾਂ ਨੂੰ ਵੀ ਸਮਝ ਆਉਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਭਗਵਾਨ ਮੰਨਦੇ ਹੋ, ਇਹ ਭਗਵਾਨ ਨਹੀਂ, ਇਹ ਤੇ ਆਮ ਇਨਸਾਨ ਵੀ ਨਹੀਂ, ਇਹ ਤੇ ਆਮ ਇਨਸਾਨ ਤੋਂ ਵੀ ਥੱਲੜਾ ਦਰਜਾ ਸ਼ੈਤਾਨ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਭਗਵਾਨ ਮੰਨੀ ਬੈਠੇ ਹੋ। ਸੋ ਸਭ ਤੋਂ ਪਹਿਲਾ ਸੰਕੇਤ ਤੇ ਲੋਕਾਂ ਨੂੰ ਜਾਣਾ ਚਾਹੀਦਾ, ਦੂਸਰਾ ਸੰਕੇਤ ਡੇਰੇਦਾਰਾਂ ਨੂੰ ਵੀ ਜਾਣਾ ਚਾਹੀਦਾ, ਔਰ ਤੀਸਰਾ ਪੋਲੀਟੀਸ਼ੀਅਨਸ ਨੂੰ ਵੀ ਜਾਣਾ ਚਾਹੀਦਾ। ਦੇਖੋ, ਤੁਸੀਂ ਇਹਨਾਂ ਲੋਕਾਂ ਦੀ ਤਾਕਤ ਤੋਂ ਜਿੰਨਾ ਕੁਕਰਮ ਇਹ ਲੋਕ ਕਰਦੇ ਪਏ ਧਰਮ ਦੀ ਆੜ ਦੇ ਵਿੱਚ, ਉਹਨੂੰ ਅਸੀਂ ਦੇਖੀਏ ਤਾਂ ਮੂਲ ਭੂਤ ਜਿਹੜਾ ਕਾਰਨ ਉਹ ਸਾਰੇ ਕੁਕਰਮ ਦੇ ਫੈਲਣ ਦਾ, ਉਹ ਇਹੀ ਲੋਕ ਨੇ, ਸਿਆਸਤਦਾਨ ਨਹੀਂ ਹੈ, ਕਿਉਂਕਿ ਇਹਨਾਂ ਦੀ ਸਰਪ੍ਰਸਤੀ ਤੋਂ ਬਿਨਾਂ ਡੇਰੇ ਵੱਧ ਫੁੱਲ ਨਹੀਂ ਸਕਦੇ। ਇਹ ਜਿਹੜਾ ਡੇਰਾ ਸੱਚਾ ਸੌਦਾ, ਇਹਦਾ ਜਿਹੜਾ ਸਿਆਸੀ ਸੌਦਾ ਸੀਗਾ ਉਹ ਸਾਰੀਆਂ ਪਾਰਟੀਆਂ ਨਾਲ ਹੀ ਵੱਜਦਾ ਸੀ। ਚੁਟਾਲਿਆਂ ਤੋਂ ਲੈ ਕੇ, ਚੁਟਾਲਿਆਂ ਨੇ ਇਹਦੀ ਫੁੱਲ ਸਪੋਰਟ ਕੀਤੀ ਕਿਉਂਕਿ ਚੁਟਾਲੇ ਉਸ ਸਮੇਂ ਪਾਵਰ ਦੇ ਵਿੱਚ ਸੀਗੇ, ਇਹਦੇ ਸਾਰੇ ਮਾਮਲੇ ਖੁੱਲਦੇ ਪਏ ਸੀਗੇ 2002 ਦੇ ਵਿੱਚ। ਉਸ ਤੋਂ ਬਾਅਦ ਹੁੱਡਾ ਆ ਗਿਆ, ਹੁੱਡਿਆਂ ਨੇ ਪੂਰਾ ਪੱਖ ਪੂਰਿਆ, ਚੁਟਾਲਿਆਂ ਕਰਕੇ ਫਿਰ ਅਕਾਲੀਆਂ ਨਾਲ ਸਿੱਧੀ ਰਲ ਗਈ ਇਹਨਾਂ ਦੀ। ਅਕਾਲੀਆਂ ਤੋਂ ਬਾਅਦ ਆ ਜਿਹੜਾ ਛਤਰਪਤੀ ਮਾਰਿਆ, ਜੀ ਜੀ, ਦੇਖੋ ਕਿਸ ਤਰ੍ਹਾਂ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਡੇਰੇਦਾਰਾਂ ਦੇ ਪੈਰਾਂ 'ਚ ਪਾਉਂਦੀਆਂ ਫਿਰਦੀਆਂ। ਜਿਹੜਾ ਛਤਰਪਤੀ ਕਤਲ ਹੋਇਆ ਉਹਦੇ ਪਰਿਵਾਰ ਲਈ ਇੱਕ ਬਹੁਤ ਵੱਡਾ ਕਾਂਗਰਸ ਦਾ ਆਗੂ, ਉਸ ਸਮੇਂ ਵਿਧਾਇਕ ਵੀ ਸੀਗਾ, ਪੰਜਾਬ 'ਚੋਂ ਤੁਰਿਆ, ਉਹ ਟੈਚੀ ਭਰ ਕੇ ਨੋਟਾਂ ਦਾ ਉਹਨਾਂ ਦੇ ਘਰੇ ਚਲੇ ਗਿਆ ਸੀਗਾ ਕਿ ਆਓ ਮੈਂ ਤੁਹਾਡੀ ਸੈਟਿੰਗ ਕਰਾ ਦੇਣਾ ਬਾਬੇ ਦੇ ਨਾਲ। ਉਸ ਸਮੇਂ ਦਾ ਸਿਟਿੰਗ ਵਿਧਾਇਕ ਉਹਨਾਂ ਦੇ ਨਾਲ ਸੌਦੇਬਾਜ਼ੀ ਕਰਨ ਚਲੇ ਗਿਆ ਸੀ। ਉਹਨਾਂ ਕਿਹਾ ਜੁੱਤੀ ਦੀ ਨੋਕ ਤੇ ਮਾਰਦੇ ਅਸੀਂ ਤੇਰੇ ਨੋਟ, ਇੱਥੋਂ ਆਪਣੀ ਕਾਰ ਫੜ ਤੇ ਨਿਕਲਦਾ ਹੋ, ਅਸੀਂ ਆਪਣਾ ਬੰਦਾ ਮਰਵਾਇਆ, ਅਸੀਂ ਉਸ ਬੰਦੇ ਮਰੇ ਦਾ ਮੁੱਲ ਨਹੀਂ ਵੱਟਣਾ। ਸੋ ਇਹ ਲੋਕ ਤੇ ਇਸ ਤਰ੍ਹਾਂ ਕਰਦੇ ਰਹੇ ਆ ਕਿ ਡੇਰੇ ਲਈ ਦਲਾਲੀਆਂ ਤੱਕ ਕਰਦੇ ਰਹੇ ਆ। ਹੁਣ ਜੋ ਮਰਜ਼ੀ ਕਹੀ ਜਾਣ, ਆ ਖੱਟਰ ਆ ਜਿਹੜਾ, ਖੱਟਰ ਨੇ ਜਿਹੜੀ ਅੱਜ ਵੀ ਬਾਈਟ ਦਿੱਤੀ ਹੈ ਨਾ, ਉਹਨੂੰ ਧਿਆਨ ਦੇ ਨਾਲ ਸੁਣਿਓ ਕੀ ਕਹਿ ਰਿਹਾ। ਉਹ ਕਹਿ ਰਿਹਾ ਜੀ ਕਿ ਅਦਾਲਤ ਦੇ ਆਏ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹ ਬੰਦਾ ਇਹ ਨਹੀਂ ਕਹਿ ਰਿਹਾ ਕਿ ਅਸੀਂ ਪੀੜਤਾਂ ਦੇ ਨਾਲ ਖੜੇ ਹਾਂ, ਅਸੀਂ ਜੰਗ ਜਿੱਤਣ ਵਾਲਿਆਂ ਨੂੰ ਵਧਾਈ ਦਿੰਦੇ ਹਾਂ। ਉਹ ਕਹਿੰਦਾ ਜੀ ਕਿ ਜੋ ਅਦਾਲਤ ਨੇ ਫੈਸਲਾ ਕੀਤਾ ਉਹਦਾ ਸਨਮਾਨ ਕਰਨਾ ਚਾਹੀਦਾ। ਮਤਲਬ ਕਿ ਹਾਲੇ ਵੀ ਪੋਲੀਟੀਸ਼ੀਅਨਸ ਹੈ ਜਿਹੜੇ ਉਹ ਉਸ ਬੰਦੇ ਦੇ ਖਿਲਾਫ ਬੋਲਣ ਤੋਂ ਝਿਜਕਦੇ ਆ ਕਿ ਪਤਾ ਨਹੀਂ ਜੇਲ੍ਹ ਦੇ ਵਿੱਚ ਵੀ ਬੈਠੇ ਨੇ, ਖੁੱਲੇ ਡੇਰਾ ਚਲਾਈ ਜਾਣਾ ਤੇ ਕੱਲ ਨੂੰ ਸਾਨੂੰ ਫੇਰ ਲੋੜ ਪੈ ਜਾਣੀ ਹੈ। ਸੋ ਕੁੱਲ ਮਿਲਾ ਕੇ ਇਹ ਸੰਦੇਸ਼ ਸਾਰਿਆਂ ਲਈ ਆ, ਜਿਹੜੇ ਸਿਆਸਤਦਾਨ ਇਹਨਾਂ ਨੂੰ ਸਰਪ੍ਰਸਤੀ ਦਿੰਦੇ ਆ ਉਹਨਾਂ ਨੂੰ ਵੀ ਸਮਝ ਦੀ ਲੋੜ ਹੈ ਕਿ ਦੇਖੋ ਕਿਸੇ ਸਮੇਂ ਇਹ ਫਿਰ ਤੁਹਾਡੀ ਸਰਪ੍ਰਸਤੀ ਵਾਲੇ ਜਿਹੜੇ ਡੇਰੇ ਆ ਉਹ ਤੁਹਾਡੀ ਸਟੇਟ ਦੇ ਸਾਹਮਣੇ ਹਿੱਕ ਢਾ ਕੇ ਖੜ ਜਾਂਦੇ ਆ, ਔਰ ਉਸ ਤੋਂ ਬਾਅਦ ਫਿਰ ਤੁਹਾਡੀ ਭੂਤਨੀ ਭੁਲਾ ਦਿੰਦੇ ਆ। ਇਹਨਾਂ ਲਈ ਵੀ ਸੰਦੇਸ਼ ਆ,
ਦੂਸਰੇ ਜਿਹੜੇ ਪੈਰੋਕਾਰ ਬਣ ਜਾਂਦੇ ਆ, ਜਨੂਨੀ ਬਣ ਜਾਂਦੇ ਆ, ਇੱਕ ਤਰ੍ਹਾਂ ਨਾਲ ਕਹਿ ਲਈਏ ਮਨੁੱਖੀ ਬੰਬ ਬਣ ਜਾਂਦੇ ਆ ਇਹਨਾਂ ਦੀ ਸ਼ਰਧਾ ਚ ਗੜੋਚ ਹੋ ਕੇ, ਉਹਨਾਂ ਲਈ ਵੀ ਮੈਸੇਜ ਆ। ਔਰ ਤੀਸਰਾ ਮੈਸੇਜ ਡੇਰੇਦਾਰਾਂ ਲਈ ਤੇ ਹੈ। ਚੌਥਾ ਮੈਸੇਜ ਜਿਹੜਾ ਮੈਂ ਸਮਝਦਾ ਕਿ ਸਾਡੇ ਜਿਹੜੇ ਜਾਗਰੂਕ ਤਬਕੇ ਵਾਲੇ ਲੋਕ ਹੈ ਉਹਨਾਂ ਲਈ ਵੀ ਆ ਕਿ ਹੁਣ ਮੰਗ ਉੱਠਣੀ ਚਾਹੀਦੀ ਆ ਕਿ ਇਹਨਾਂ ਡੇਰਿਆਂ ਦਾ ਕੋਈ ਨਾ ਕੋਈ ਹੱਲ ਹੋਵੇ, ਕਿਉਂਕਿ ਸਾਡੀ ਇੱਥੋਂ ਦੀ ਜਿਹੜੀ ਚੱਲਦੀ ਹੈ ਸਾਰੀ ਕਾਰਜ ਪ੍ਰਣਾਲੀ ਦੇਸ਼ ਦੀ, ਉਹਦੇ ਵਿੱਚ ਧਾਰਮਿਕ ਰੋਲ ਅਦਾ ਕਰਦਾ, ਇਹਦੇ ਚ ਤਾਂ ਕੋਈ ਸ਼ੱਕ ਨਹੀਂ ਕਿ ਕੇਂਦਰੀ ਧੁਰਾ ਸਾਡੇ ਦੇਸ਼ ਦਾ ਜਿਹੜਾ ਸੱਭਿਆਚਾਰ ਦਾ ਉਹ ਧਰਮ ਹੀ ਹੈ। ਪਰ ਇਹ ਡੇਰਿਆਂ ਦਾ ਕੁਛ ਨਾ ਕੁਛ ਤੇ ਕਰਨਾ ਪਊ, ਇਹਦੇ ਲਈ ਕੋਈ ਐਕਟ ਲਿਆਉਣਾ ਪਊ, ਕੋਈ ਨਾ ਕੋਈ ਰੈਗੂਲੇਟਰੀ ਵਟਾਉਣੀ ਪਊ, ਨਹੀਂ ਤੇ ਆਹ ਮਸਲਾ ਜਿਹੜਾ ਇਹ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਹੋਰ ਇਸ ਤਰ੍ਹਾਂ ਦਾ ਸੰਤ ਆਪਣੇ ਆਪ ਨੂੰ ਕਹਿੰਦਾ ਅਸੰਤ ਬਣ ਕੇ ਸਾਰੇ ਕੁਕਰਮ ਕਰੂਗਾ। ਮੁੜ ਕੇ ਕੁਕਰਮਾਂ ਨੂੰ ਲੁਕਾਉਣ ਦੀ ਆੜ ਦੇ ਵਿੱਚ 5-7 ਸਮਾਜ ਸੇਵੀ ਕੰਮ ਆਰੰਭ ਲੂਗਾ। ਜੇ ਤਾਂ ਵੀ ਕੰਮ ਨਾ ਬਣਿਆ ਤੇ ਫਿਰ ਸਿੱਧਾ ਹੋ ਕੇ ਜਿਹੜੇ ਕਮਾਂਡੋ ਰੱਖੇ ਆ ਉਹ ਉਹਨਾਂ ਨੂੰ ਲੈ ਕੇ ਤੁਰ ਪਊਗਾ ਕਿ ਆਓ ਜਿਹਨੇ ਹੱਥ ਪਾਉਣਾ ਕੇ ਪਾ ਕੇ ਦਿਖਾਓ। ਤੋ ਇਸ ਡੇਰੇ ਦੀ ਤੇ ਇੱਥੋਂ ਤੱਕ ਕਹਾਣੀ ਵਿਗੜੀ ਹੋਈ ਸੀਗੀ ਰਾਜ ਕਰਨਵੀਰ ਸਿੰਘ ਜੀ। 2011 ਦੇ ਵਿੱਚ ਆਰਮੀ ਨੇ ਹਾਈ ਕੋਰਟ ਦੇ ਵਿੱਚ ਲਿਖਤੀ ਰਿਪੋਰਟ ਦਿੱਤੀ ਸੀਗੀ ਕਿ ਡੇਰਾ ਦੇਸ਼ ਦੀ ਫੌਜ ਦੇ ਪੈਰਲਰ ਇੱਕ ਫੌਜ ਖੜੀ ਕਰਦਾ ਪਿਆ ਔਰ ਬਕਾਇਦਾ ਟ੍ਰੇਨਿੰਗ ਦਿੰਦਾ ਉਹਨੂੰ ਜੀ। ਪਰ ਉਸ ਸਮੇਂ ਵੀ ਦੇਖੋ ਸਰਕਾਰਾਂ ਕਿਸ ਤਰ੍ਹਾਂ ਕੰਮ ਕਰਦੀਆਂ ਸੀ। ਸਰਕਾਰਾਂ ਨੇ ਉੱਥੋਂ ਦੀਆਂ ਜਿਹੜੀਆਂ ਹਰਿਆਣਾ ਦੇ ਵਿੱਚ ਕਾਰਜਸ਼ੀਲ ਸੀ ਉਹਨਾਂ ਤਾਕਤਾਂ ਨੇ ਤੱਤ ਫੱਟ ਰਿਪੋਰਟ ਹਾਈ ਕੋਰਟ ਦੇ ਵਿੱਚ ਜਾ ਕੇ ਪੇਸ਼ ਕਰਤੀ ਕਿ ਨਹੀਂ ਜੀ ਏਦਾਂ ਦੀ ਉੱਥੇ ਕੋਈ ਗੱਲ ਨਹੀਂ, ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਤੇ ਅੱਜ ਤੁਸੀਂ ਦੇਖੋ ਕਿ ਜਦੋਂ ਇਹ ਕਾਫਲਾ ਬੰਦ ਕੇ ਉੱਥੇ ਸਜ਼ਾ ਸੁਣ ਗਿਆ ਵਾ ਪੰਚਕੂਲਾ ਅਦਾਲਤ 'ਚ, 5 ਗੱਡੀਆਂ ਅਲਾਓ ਸੀਗੀਆਂ, 500 ਗੱਡੀ ਲੈ ਗਿਆ। ਬਾਅਦ ਦੇ ਵਿੱਚ ਜਦੋਂ ਤਲਾਸ਼ੀ ਲਈ ਇੱਕ ਗੱਡੀ ਦੇ ਵਿੱਚੋਂ ਮਸ਼ੀਨ ਗਨ ਫੜੀ ਗਈ, ਉਹ ਮਸ਼ੀਨ ਗਨ ਫੜੀ ਗਈ ਜਿਹੜੀ ਆਰਮੀ ਤੋਂ ਬਿਨਾਂ ਕਿਸੇ ਹੋਰ ਕੋਲ ਹੋ ਹੀ ਨਹੀਂ ਸਕਦੀ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹ ਜਿਹੜੀ ਰਿਪੋਰਟ ਪੇਸ਼ ਕੀਤੀ ਉਸ ਸਮੇਂ ਦੀ ਸਰਕਾਰ ਨੇ, ਤਤਕਾਲੀਨ ਸਰਕਾਰ ਨੇ, ਉਹ ਕਿਹੜੀ ਖੋਜ ਪੜਤਾਲ ਕਰਕੇ ਕੀਤੀ। ਇਹਨਾਂ ਦੇ ਕੋਲ ਤੇ ਮਸ਼ੀਨ ਗਨ। ਔਰ ਕਮਾਲ ਦੀ ਗੱਲ ਆ ਕਿ ਨਾ ਸਿਰਫ ਮਰਦਾਨਾ ਕਮਾਂਡੋ ਰੱਖੇ ਹੋਏ ਆ, ਨਾਲ ਜਨਾਨਾ ਕਮਾਂਡੋ ਰੱਖੇ ਆ ਤੇ ਫੈਸਲੇ ਵਾਲੇ ਦਿਨ ਦੇਖੇ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਪੁਲਿਸ ਨੇ ਹੁਣ ਇੱਕ FIR ਦਰਜ ਕੀਤੀ ਹੈ, ਬੜੀ ਦਿਲਚਸਪ FIR ਹੈ। ਉਹਦੇ 'ਚ ਪੁਲਿਸ ਨੇ ਮੰਨਿਆ ਕਿ ਜਿਸ ਸਮੇਂ ਇਹਨੂੰ ਹਿਰਾਸਤ 'ਚ ਲੈ ਲਿਆ ਗਿਆ ਸੀਗਾ, ਉਸ ਦੇ ਮੁਤਾਬਕ ਕਿ ਜਿਸ ਸਮੇਂ ਬਾਬਾ ਗੁਰਮੀਤ ਨੂੰ ਹਿਰਾਸਤ 'ਚ ਲੈ ਲਿਆ ਗਿਆ ਉਸ ਸਮੇਂ ਇੱਕ ਇਹਨਾਂ ਦੀ ਜੈਮਰ ਗੱਡੀ ਸੀਗੀ ਜਿਹੜੀ ਉਹਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਇਸ ਸਾਧ ਨੂੰ ਹਿਰਾਸਤ 'ਚੋਂ ਖੋਹ ਲਿਆ ਜਾਵੇ, ਮਤਲਬ ਕਿ ਉਸ ਗਾਰਡ ਕੋਲੋਂ ਖੋਹ ਕੇ ਫਰਾਰ ਕਰ ਲਿਆ ਜਾਵੇ। ਤਾਂ ਉਹਨਾਂ ਤੇ ਬਕਾਇਦਾ FIR ਦਰਜ ਕੀਤੀ ਗਈ ਹੈ। ਔਰ ਜਿਹੜੇ FIR ਦੇ ਵਿੱਚ ਨਾਮਜ਼ਦ ਕੀਤੇ ਗਏ ਆ ਉਹ ਕੌਣ ਆ? ਉਹ 4-5 ਤੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਆ ਔਰ 2-3 ਇਹਨਾਂ ਦੇ ਆਪਣੇ ਪਰਸਨਲ ਕਮਾਂਡੋ ਆ। ਹਿਸਾਬ ਲਾ ਲਓ ਤੁਸੀਂ ਕਿ ਪੰਜਾਬ ਪੁਲਿਸ ਦੇ ਜਿਹੜੇ 2 ਜਵਾਨ ਉੱਥੇ AK-47 ਲੈ ਕੇ ਬੈਠੇ ਆ, ਯਾਨੀ ਪੰਜਾਬ ਪੁਲਿਸ ਦਾ ਅਸਲਾ ਜਿਹੜਾ ਉਹ ਉੱਥੇ ਵਰਤਿਆ ਜਾ ਰਿਹਾ ਔਰ ਉਹਦੇ ਚੋਂ ਫਾਇਰ ਕੀਤੇ ਹੋਏ ਆ, ਰਾਈਫਲ ਚੋਂ AK-47 ਚੋਂ ਫਾਇਰ ਕੀਤੇ ਮਿਲੇ ਆ। ਉਹ ਬੜਾ ਕਸੂਤਾ ਯੱਬ ਪਿਆ ਪਿਆ। ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿਧਰੇ ਮਸ਼ੀਨ ਗੰਨਾਂ, ਕਿਧਰੇ ਕਮਾਂਡੋ, ਕਿਧਰੇ ਜਿਹੜੇ ਸਰਕਾਰੀ ਪੁਲਿਸ ਕਰਮੀ ਹੈ ਉਹ ਇਹਦੇ ਲਈ ਗੁੰਡਾਗਰਦੀ ਕਰਦੇ ਪਏ ਔਰ ਦੇਸ਼ ਧਰੋਹ ਦੇ ਮਾਮਲੇ 'ਚ ਨਾਮਜ਼ਦ ਹੋ ਰਹੇ ਆ। ਇਹ ਕਹਾਣੀ ਤੇ ਬਹੁਤ ਜ਼ਿਆਦਾ ਔਰ ਸਭ ਕਹਾਣੀ ਜਿਹੜੀ ਵਿਗੜੀ ਹੈ ਇਸ ਵਿਗਾੜ ਦੇ ਪਿੱਛੇ ਕਿਤੇ ਨਾ ਕਿਤੇ ਸਿਆਸਤਦਾਨ ਖੜੇ ਸੀ। ਸਿਆਸਤਦਾਨਾਂ ਨੂੰ ਇਸ ਕਹਾਣੀ ਤੋਂ ਸਬਕ ਲੈਣਾ ਚਾਹੀਦਾ, ਨਹੀਂ ਤੇ ਫਿਰ ਕਹਾਣੀ ਅੱਗੇ ਜਾ ਕੇ ਕਹਾਣੀ ਬਣ ਜੂਗੀ, ਉਸ ਕਹਾਣੀ ਦੇ ਵਿੱਚ ਐਸੇ ਫਸਣਗੇ ਕਿ ਮੁੜ ਕੇ ਨਿਕਲ ਨਹੀਂ ਹੋਣਾ। ਬਿਲਕੁਲ। ਤੇ ਮਿੰਟੂ ਗੁਰਸਰੇ ਜੀ ਹੁਣੇ ਇੱਕ ਬ੍ਰੇਕਿੰਗ ਨਿਊਜ਼ ਇਹਦੇ ਨਾਲ ਹੀ ਸੰਬੰਧਿਤ ਆ ਰਹੀ ਹੈ। ਕਹਿੰਦੇ ਵੀ ਇਹ ਡੇਰੇ ਵਾਲਿਆਂ ਨੇ ਜਿਹੜਾ ਇਹ ਮੀਤੇ ਦਾ ਜਿਹੜਾ ਮੁੰਡਾ ਆ ਉਸ ਨੂੰ ਜਿਹੜਾ ਮੁਖੀ ਬਣਾ ਦਿੱਤਾ ਆ। ਜਿਹੜੀ ਕੁੜੀ ਨਾਲ ਤੁਰੀ ਫਿਰਦੀ ਆ ਜਿਹੜੀ ਹਨੀਪ੍ਰੀਤ ਆ ਉਸ ਦੇ ਕਹਿੰਦੇ ਉਹ ਬਣ ਨਹੀਂ ਸਕਦੀ ਕਿਉਂਕਿ 18 ਸਾਲਾਂ ਤੋਂ ਬਾਅਦ 'ਚ ਉਸਨੇ ਅਡਾਪਟ ਕੀਤਾ ਸੀਗਾ। ਦੇਖੋ ਉਸ ਕੁੜੀ ਦਾ ਵੀ ਬਹੁਤ ਇੱਥੇ ਖਲਾਰਾ ਪਿਆ ਹੋਇਆ, ਉਹਦੇ ਰਿਸ਼ਤਿਆਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਇੱਥੇ ਚਰਚੇ ਆ ਔਰ ਉਹ ਚਰਚੇ ਹਾਈ ਕੋਰਟ ਤੱਕ ਵੀ ਪਹੁੰਚੇ ਹੋਏ ਆ। ਜਿਹਦੇ ਨਾਲ ਵਿਆਹੀ ਸੀ ਉਸ ਬੰਦੇ ਨੇ ਬਕਾਇਦਾ ਜਾ ਕੇ ਪਟੀਸ਼ਨ ਪਾਈ ਸੀਗੀ ਕਿ ਬਾਬਾ ਮੇਰੀ ਘਰਦੀ ਨੂੰ ਤੋਰਦਾ ਨਹੀਂ ਪਿਆ, ਪਹਿਲਾਂ ਇਹਨੇ ਵਿਆਹ ਕੀਤਾ ਤੇ ਮੁੜ ਕੇ ਰੱਖੀ ਬੈਠਾ। ਉਹ ਕਹਿੰਦਾ ਸੀ ਇਹਨਾਂ ਦੇ ਦੋਨਾਂ ਦੇ ਨਜਾਇਜ਼ ਰਿਸ਼ਤੇ ਔਰ ਬਕਾਇਦਾ ਉਹ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ 'ਚ। ਪਤਾ ਨਹੀਂ ਅਸਲ ਕੌਣ ਸੱਚਾ ਕੌਣ ਝੂਠਾ, ਪਰ ਇਹ ਜਿਸ ਤਰ੍ਹਾਂ ਦੇ ਰਿਸ਼ਤਿਆਂ ਦੀ ਜੋੜ ਤੋੜ ਹੁਣ ਚੱਲਦੀ ਪਈ ਆ ਉਸੇ ਤਰ੍ਹਾਂ ਗੱਦੀ ਨੂੰ ਲੈ ਕੇ ਵੀ ਜੋੜ ਤੋੜ ਹੋਰ ਚੱਲਦੀ ਪਈ ਆ। ਹੁਣ ਪਤਾ ਨਹੀਂ ਇਹਦੇ 'ਚ ਬਾਜੀ ਕਿਹਨੇ ਮਾਰ ਜਾਣੀ ਹੈ। ਪਰ ਜੇ ਨੇਮ ਕਾਇਦਾ ਦੇਖੀਏ 18 ਸਾਲ ਵਾਲੀ ਤੁਸੀਂ ਗੱਲ ਕੀਤੀ ਹੈ, ਸਾਡੇ ਇੱਥੇ ਇੰਟਰਨੈਟ ਨਹੀਂ ਚੱਲਦੇ, ਅਸੀਂ ਹੁਣ ਤੇ ਇੱਕ ਤਰ੍ਹਾਂ ਨਾਲ ਟੁੱਟੇ ਪਏ ਆ। ਕਮਾਲ ਦੀ ਗੱਲ ਹੈ ਕਿ ਤੁਸੀਂ ਅਮਰੀਕਾ 'ਚ ਬੈਠੇ ਸਾਨੂੰ ਜਾਣਕਾਰੀਆਂ ਦੇ ਰਹੇ ਹੋ। ਸੋ ਇਹ ਦੇਖੋ ਜੇ ਨੇਮ ਕਾਇਦਾ ਆਪਾਂ ਡੇਰੇ ਦਾ ਦੇਖੀਏ ਤਾਂ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ
ਕਿ ਜਿਹੜਾ ਬੰਦਾ ਇੱਕ ਵਾਰੀ ਗੱਦੀ ਨਸ਼ੀਨ ਬਣ ਜਾਂਦਾ ਉਹ ਆਪਣੀ ਔਲਾਦ ਨੂੰ ਮੁੜ ਕੇ ਗੱਦੀ ਤੇ ਨਹੀਂ ਬਿਠਾ ਸਕਦਾ। ਸੋ ਮੈਨੂੰ ਲੱਗਦਾ ਪਰ ਇਸ ਮਾਮਲੇ 'ਚ ਫਿਰ ਤਾਂ ਟੁੱਟ ਜਾਣੀ ਹੈ, ਚਾਹੇ ਤੇ ਉਧਰੋਂ ਟੁੱਟ ਜਾਵੇ ਚਾਹੇ ਉਧਰੋਂ ਟੁੱਟ ਜਾਵੇ, ਫਿਰ ਤਾਂ ਲਾਜ਼ਮੀ ਟੁੱਟੇਗੀ ਜੀ। ਤੇ ਮਿੰਟੂ ਜੀ ਇਹ ਵੀ ਜਿਹੜੀਆਂ ਰਿਪੋਰਟਾਂ ਦੇ ਵਿੱਚ ਆ ਰਿਹਾ ਵੀ ਜਿਹੜਾ ਟਰਸਟ ਬਣਿਆ ਆ ਉਹਦੇ ਵਿੱਚ ਬਕਾਇਦਾ ਲਿਖਿਆ ਆ ਵੀ ਜਿਹੜਾ ਮੀਤੇ ਦਾ ਹੀ ਗਾਂ ਕੋਈ ਜਿਹੜਾ ਪਰਿਵਾਰਕ ਮੈਂਬਰ ਹੀ ਜਿਹੜਾ ਸਿਰਫ ਤੇ ਸਿਰਫ ਉਹੀ ਅੱਗੇ ਬਣ ਸਕਦਾ। ਫਿਰ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਜਿਹੜੀ ਇਸ ਡੇਰੇ ਦੀ ਪਹਿਲੀ ਧਾਰਨਾ ਤੁਰੀ ਆਉਂਦੀ ਹੈ, ਪਹਿਲਾ ਸਿਧਾਂਤ ਤੁਰਿਆ ਆਉਂਦਾ ਉਹ ਇਹੋ ਹੀ ਆ ਕਿ ਜਿਹੜਾ ਗੱਦੀ ਨਸ਼ੀਨ ਹੈ ਉਹ ਆਪਣੀ ਔਲਾਦ ਨੂੰ ਜਾਂ ਆਪਣੇ ਸਕੇ ਸੋਦਰੇ ਨੂੰ ਗੱਦੀ ਨਹੀਂ ਦੇ ਸਕਦਾ। ਇਹਦਾ ਮਤਲਬ ਹੈ ਕਿ ਫਿਰ ਇਹਨਾਂ ਨੇ ਆਪਣਾ ਹੀ ਉਹ ਘਰ ਦੀ ਗੱਡੀ ਗੰਢਾ ਸਿੰਘ ਡਰਾਈਵਰ ਆਪਣਾ ਹੀ ਟਰਸਟ ਬਣਾ ਕੇ ਫਿਰ ਆਪਣੇ ਕਾਇਦੇ ਕਾਨੂੰਨ ਵੀ ਬਣਾ ਲਏ। ਉਹ ਤੇ ਬਹੁਤ ਕੁਛ ਆ। ਅਸਲ ਦੇ ਵਿੱਚ ਜਿਹੜਾ ਪਹਿਲਾ ਸੀ ਨਾ ਇਸ ਡੇਰੇ ਦਾ ਗੱਦੀ ਨਸ਼ੀਨ ਉਹਦਾ ਅਸਲੀ ਨਾਂ ਸੀ ਖੇਮਾ ਮੱਲ। ਖੇਮਾ ਮੱਲ ਸੀ, ਮੁੜ ਕੇ ਉਹ ਬਣ ਗਿਆ ਮਸਤਾਨਾ ਬਲੋਚਿਸਤਾਨੀ। ਉਹ ਨਾਂ ਦਿੱਤਾ ਸੀਗਾ ਸਾਵਣ ਸਿੰਘ ਨੇ, ਜਿਹੜੇ ਰਾਧਾ ਸਵਾਮੀ ਵਾਲੇ ਸੀਗੇ ਉਹਨਾਂ ਦੇ ਗੁਰੂ ਸੀਗੇ, ਉਹਨਾਂ ਨੇ ਦਿੱਤਾ ਸੀਗਾ। ਉਹ ਬੰਦਾ ਬਹੁਤ ਮਸਤਾਨਾ ਟਾਈਪ ਸੀਗਾ। ਉਸ ਤੋਂ ਬਾਅਦ ਜਿਹੜਾ ਬੰਦਾ ਦੂਜਾ ਜਿਹੜਾ ਸੀਗਾ ਸਤਨਾਮ, ਉਹ ਬੈਠਾ ਗੱਦੀ ਤੇ, ਉਹਦਾ ਅਸਲੀ ਨਾਂ ਸੀ ਹਰਬੰਸ ਸਿੰਘ। ਉਹ ਥੋੜਾ ਜਿਹਾ ਚਪਲ ਚਲਾਕ ਬੰਦਾ ਸੀਗਾ। ਸੋ ਇਹ ਉਹਦਾ ਵੀ ਗਾਂ ਗੁਰੂ ਨਿਕਲ ਆਇਆ। ਵੈਸੇ ਤੇ ਉਹ ਗੁਰੂ ਹੈ ਪਰ ਇਹ ਚਲਾਕੀ ਦੇ ਮਾਮਲੇ 'ਚ ਉਹਦਾ ਵੀ ਗੁਰੂ ਨਿਕਲਿਆ। ਹੁਣ ਤੇ ਸਭ ਕੁਛ ਇੱਕ ਨੇ ਸਾਮਰਾਜ ਖੜਾ ਕਰ ਲਿਆ। ਜਿਹਨੇ ਬੰਦੇ ਨੇ ਏਡਾ ਵੱਡਾ ਸਾਮਰਾਜ ਖੜਾ ਕੀਤਾ ਤੇ ਵੱਡੇ ਵੱਡੇ ਸਿਆਸਤਦਾਨ ਉਂਗਲਾਂ ਤੇ ਨਚਾ ਛੱਡੇ ਆ, ਉਹ ਇਸ ਤਰ੍ਹਾਂ ਦੇ ਟਰਸਟ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਜੋੜਾਂ ਤੋੜਾਂ ਉਹ ਕਰਕੇ ਉਹ ਗਿਆ ਹੋਊਗਾ, ਕਿਉਂਕਿ ਉਹ ਬੰਦਾ ਇੰਨੀ ਕੁ ਮਹਾਰਤ ਹਾਸਲ ਕਰ ਗਿਆ ਕਿ ਜੇ ਇੱਕ ਵਾਰੀ ਇਸ ਵਸਦੀ ਨਗਰੀ 'ਚ ਆ ਕੇ ਕੋਈ ਪੈਰ ਪਾ ਕੇ ਬਹਿ ਗਿਆ ਤੇ ਪੈਰ ਗੱਡ ਕੇ ਬਹਿ ਗਿਆ, ਮੁੜ ਕੇ ਵਸਦੀ ਨਗਰੀ ਨੂੰ ਉਜਾੜਾ 'ਚ ਤਬਦੀਲ ਕਰ ਦੂ। ਇਸ ਕਰਕੇ ਵਸਦੀ ਨਗਰੀ ਦਾ ਜੇ ਕੋਈ ਸ਼ਹਿਜ਼ਾਦਾ ਬਣਿਆ ਤੇ ਮੇਰੇ ਖਿਆਲ ਦੇ ਨਾਲ ਇਹਦਾ ਆਪਣਾ ਹੀ ਬਣੂਗਾ। ਜੀ ਬਿਲਕੁਲ। ਤੇ ਮਿੰਟੂ ਗੁਰੂਸਰੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਮੈਨੂੰ ਪਤਾ ਹੈ ਵੀ ਜਿੱਦਾਂ ਤੁਸੀਂ ਵੀ ਦੱਸਿਆ ਵੀ ਉੱਥੇ ਤੁਸੀਂ ਇੱਕ ਹਿਸਾਬ ਦੇ ਨਾਲ ਇੰਟਰਨੈਟ ਦੇ ਨਾਲ ਉੱਥੇ ਟੁੱਟੇ ਪਏ ਆ, ਕੋਈ ਅਖਬਾਰ ਨਹੀਂ ਪੜ੍ਹ ਸਕਦਾ, ਕੋਈ ਖਬਰਾਂ ਜਿਹੜੀਆਂ ਨਹੀਂ ਪੜ੍ਹ ਸਕਦਾ, ਜੋ ਕੁਛ TV 'ਤੇ ਆ ਰਿਹਾ ਬਸ ਉਹੀ ਕੁਛ ਮਾੜਾ ਮੋਟਾ ਬੰਦਾ ਦੇਖਦਾ ਹੈ। ਉਹਦੇ ਵਿੱਚ ਵੀ ਕਈ ਚੀਜ਼ਾਂ ਗਲਤ ਹੁੰਦੀਆਂ, ਕਈ ਕੁਛ ਇੱਦਾਂ ਦਾ ਹੁੰਦਾ ਆ। ਸੋ ਫਿਰ ਵੀ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਇਸ ਖਬਰ ਦੇ ਉੱਤੇ, ਜਿਹੜੀਆਂ ਤੁਸੀਂ ਗਹਿਰਾਈ ਦੇ ਨਾਲ ਜਿਹੜੀ ਤੁਸੀਂ ਸਾਨੂੰ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।